राव साहब आओ फिर गल्ला बात करिए कुछ लोकल न्यूज़ ਦੇ ਬਾਰੇ ਐਂਡ ਸੁਣਨ ਚ ਆਇਆ ਕਿ ਜਿਹੜੇ ਨਿਊ ਲੈਂਡਿੰਗ ਇਮੀਗ੍ਰੈਂਟਸ ਨੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਆਪਣੇ ਪੀਆਰ ਕਾਰਡਸ ਇਨ ਮੇਲ ਅਬਾਊਟ 80 ਦਿਨ ਦੇ ਵਿੱਚ ਆ ਜਾਣਗੇ। ਅੱਜ ਯਾਰ ਇਸ ਤਰ੍ਹਾਂ ਦੇਖੋ ਵੀ ਕੋਵਿਡ ਦੇ ਵਿੱਚ ਲੋਕ ਘੱਟ ਲੈਂਡ ਕਰ ਪਾਏ ਤੇ ਚਲੋ ਡਿਪਾਰਟਮੈਂਟਸ ਦਾ ਵੀ ਸਾਰਿਆਂ ਦੀ ਤਰ੍ਹਾਂ ਕੰਮ ਇਮੀਗ੍ਰੇਸ਼ਨ ਵਾਲਿਆਂ ਦਾ ਵੀ ਕਾਫੀ ਸਲੋ ਚੱਲਿਆ ਉਹਦੇ ਦੌਰਾਨ, ਲੇਕਿਨ ਕਿ 30-40 ਦਿਨਾਂ ਦੇ ਵਿੱਚ ਵੀ ਕਈ ਲੋਕਾਂ ਨੂੰ ਕਾਰਡ ਜਿਹੜੇ ਪ੍ਰਿੰਟ ਹੋ ਕੇ ਮਿਲਦੇ ਰਹੇ। ਪਰ ਹੁਣ ਆਪਾਂ ਦੇਖ ਰਹੇ ਹਾਂ ਵੀ ਵੱਡੀ ਤਾਦਾਦ ਦੇ ਵਿੱਚ ਜਿਹੜੇ 30-35 ਹਜ਼ਾਰ ਦੇ ਕਰੀਬ ਜਿਹੜੇ ਅੱਜ ਵੀ ਉਹ ਐਵਰੀ ਮੰਥ ਨਵੇਂ ਲੋਕ ਜਿਹੜੇ ਅੱਜ ਵੀ ਲੈਂਡ ਹੋ ਰਹੇ ਆ, ਅਤੇ ਨੈਚੁਰਲੀ ਜਿਹੜੇ ਲੋਕ ਨਵੇਂ ਉਹ ਕੈਨੇਡਾ ਦੇ ਵਿੱਚ ਆਪਣਾ ਪੈਰ ਪਾ ਰਹੇ ਨੇ ਪੱਕੇ ਤੌਰ 'ਤੇ, ਅਤੇ ਉਹਨਾਂ ਨੂੰ ਜਾਣੀ ਫਿਰ PR ਕਾਰਡ ਵੀ ਜਿਹੜਾ ਜੀ ਆਉਣਾ ਹੁੰਦਾ ਉਹ ਡਾਕ ਦੇ ਰਾਹੀਂ। ਅਤੇ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਆਮ ਤੌਰ 'ਤੇ ਵਿਦਿਨ 3 ਮੰਥਸ ਜਿਹੜਾ ਜੀ ਵੀ ਹੁਣ, ਕਿਉਂਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਕਾਰਡ ਜਿਹੜੇ ਉਹ ਪ੍ਰਿੰਟ ਹੋਣੇ ਆ ਅਤੇ ਮੇਲ ਸਰਵਿਸ ਥੋੜ੍ਹੀ ਜਿਹੀ ਓਵਰਲੋਡਡ ਵੀ ਨੇ, ਅਤੇ ਫਿਰ ਵੀ ਵਿਦਿਨ 3 ਮੰਥਸ ਯਾਨੀ ਕਿ ਉਹ ਕਾਰਡ ਜਿਹੜੇ 80 ਕੁ ਦਿਨਾਂ ਦੇ ਵਿੱਚ 60 ਕੁ ਦਿਨਾਂ ਦੇ ਵਿੱਚ ਲੋਕਾਂ ਨੂੰ ਮਿਲ ਰਹੇ ਨੇ। ਪਰ ਇਹਦੇ ਵਿੱਚ ਇੱਕ ਕਈ ਵਾਰੀ ਰੁਕਾਵਟ ਆ ਜਾਂਦੀ ਹੈ, ਬਹੁਤ ਸਾਰੇ ਭੈਣ ਭਰਾਵਾਂ ਨੂੰ ਕਾਰਡ ਅਰਸ਼ ਜਿਹੜੇ ਉਹ ਮਿਲਦੇ ਨਹੀਂ ਗੇ ਅਤੇ ਉਹ ਫਿਰ ਡਾਕ ਦੇ ਵਿੱਚ ਕਿਤੇ ਗੁਆਚ ਜਾਂਦੇ ਨੇ। ਇਹਦੇ ਵਿੱਚ ਜਾਣੀ ਕਿ ਬਹੁਤ ਧਿਆਨ ਦੇ ਵਿੱਚ ਰੱਖਣ ਵਾਲੀ ਗੱਲ ਇਹ ਆ ਵੀ ਉਹਨਾਂ ਨੇ ਕਾਰਡ ਉਸ ਐਡਰੈਸ 'ਤੇ ਭੇਜਣਾ ਜਿਹੜਾ ਕਾਰਡ ਲੈਂਡ ਹੋਣ ਵੇਲੇ ਕਹਿ ਲਓ ਵੀ ਸੀਗਾ COPR ਦੇ ਉੱਤੇ, ਹੈ ਨਾ। ਹੁਣ COPR ਦੇ ਉੱਤੇ ਜੇ ਐਡਰੈਸ ਵੀ ਇਨ ਬਿਟਵੀਨ ਚੇਂਜ ਹੋਇਆ, ਇੱਥੇ ਕੈਨੇਡਾ 'ਚ ਜਾ ਕੇ ਕਿਸੇ ਹੋਰ ਐਡਰੈਸ 'ਤੇ ਰਹਿਣਾ, ਅਤੇ ਉਹ ਐਡਰੈਸ ਜਿਹੜਾ ਸਿਸਟਮ ਦੇ ਵਿੱਚ ਜੇ ਅਪਡੇਟ ਨਹੀਂ ਹੋਇਆ ਅਤੇ ਉਹ PR ਕਾਰਡ ਪੁਰਾਣੇ ਐਡਰੈਸ 'ਤੇ ਹੀ ਚਲੇ ਜਾਣਾ ਜਿਹੜਾ ਕਿ ਉਹਨਾਂ ਦੇ ਰੈਕਡ ਵਿੱਚ ਆ। ਸੋ ਤਦ ਕਰਕੇ ਇਹ ਆ ਵੀ ਜਦੋਂ ਵੀ ਕਿਸੇ ਦਾ ਜਾਣੀ ਐਡਰੈਸ ਬਦਲੇ, ਉਹਨਾਂ ਨੇ ਕਿਹਾ ਹੋਇਆ ਵੀ ਉਸੇ ਵੇਲੇ ਇਮੀਗ੍ਰੇਸ਼ਨ ਨੂੰ ਦੱਸਣਾ ਆ, ਤਾਂ ਕਿ ਵੀ ਉਹ ਜੇ ਕੋਈ ਕੋਰਸਪੋਂਡੈਂਸ ਉਹਨਾਂ ਨੇ ਕਰਨੀ ਹੋਵੇ ਤਾਂ ਉਸ ਨਵੇਂ ਐਡਰੈਸ 'ਤੇ ਕਰ ਸਕਣ। ਸੋ ਇਹਦੇ ਨਾਲ ਹੀ ਆ ਵੀ ਜਾਣੀ ਕਿ ਲੋਕ ਕਈ ਵਾਰੀ ਫਿਰ ਇੱਦਾਂ ਐਡਰੈਸ ਅਪਡੇਟ ਨਾ ਕੀਤਾ ਹੋਣ ਕਰਕੇ ਉਹਨਾਂ ਦੇ ਜਦੋਂ ਡਾਕੂਮੈਂਟੇਸ਼ਨ ਗੁਆਚ ਜਾਂਦੀ ਆ ਅਤੇ ਕਾਫੀ ਖੱਜਲ ਖੁਆਰੀਆਂ ਜਿਹੜੀਆਂ ਹੁੰਦੀਆਂ। ਪਰ ਜਿਹੜੇ ਨਵੇਂ ਲੋਕ ਜਾਣੀ ਆ ਰਹੇ ਆ ਵੀ ਉਹਨਾਂ ਨੂੰ ਮੁਕਾਬਲਤਨ ਜਿਹੜੇ ਲੋਕ ਆਲਰੇਡੀ ਪਹਿਲਾਂ ਇੱਥੇ ਆ, ਜਿਨ੍ਹਾਂ ਨੇ ਆਪਣਾ ਜਿਹੜਾ PR ਕਾਰਡ ਅਰਸ਼ ਰੀਨਿਊ ਕਰਾਉਣਾ, ਹੈ ਨਾ, ਉਹਨਾਂ ਨੂੰ ਜਾਣੀ ਅਪ ਟੂ 4-5-6 ਮਹੀਨੇ ਵੀ ਪਿੱਛੇ ਲੱਗਦੇ ਰਹੇ ਆ। ਪਰ ਹੁਣ ਉਹ ਟਾਈਮ ਥੋੜ੍ਹਾ ਇੰਪਰੂਵ ਹੋ ਰਿਹਾ, ਪਤਾ ਲੱਗ ਰਿਹਾ ਵੀ 4 ਕੁ ਮਹੀਨਿਆਂ ਦੇ ਵਿੱਚ ਜਿਹੜਾ ਜੀ ਸਭ ਕੁਝ ਠੀਕ ਹੋਵੇ ਐਪਲੀਕੇਸ਼ਨ ਦੇ ਵਿੱਚ ਤਾਂ PR ਕਾਰਡ ਜਿਹੜਾ ਜੀ ਪ੍ਰਿੰਟ ਹੋ ਕੇ ਨਵਾਂ ਰੀਨਿਊ ਹੋ ਕੇ ਕਹਿ ਲਓ ਉਹ ਵੀ ਮਿਲ ਜਾਂਦਾ। ਇਹਦੇ ਨਾਲ ਹੀ ਪਰ ਜਿਹੜੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨਸ ਲੋਕਾਂ ਨੇ ਲਾਈਆਂ ਹੋਈਆਂ ਨੇ, ਵੱਡਾ ਬੈਕਲੌਗ ਉਹਦੇ ਵਿੱਚ ਹੈਗਾ ਹੀ ਆ 4 ਲੱਖ ਤੋਂ ਜ਼ਿਆਦਾ। ਉਸ ਐਪਲੀਕੇਸ਼ਨ ਨੂੰ ਵੀ ਜਾਣੀ ਐਵਰੇਜ ਹਾਲ ਦੀ ਘੜੀ ਜਿਹੜਾ ਪ੍ਰੋਸੈਸਿੰਗ ਟਾਈਮ ਆ ਵੀ ਲਗਭਗ ਉਹ 1 ਸਾਲ ਦੇ ਕਰੀਬ ਲੱਗ ਰਿਹਾ ਵੀ ਜੇ ਅੱਜ ਕੋਈ ਅਪਲਾਈ ਕਰੂਗਾ ਅਤੇ 1 ਸਾਲ ਬਾਅਦ ਜਾ ਕੇ ਜਾਣੀ ਉਹਦੀਆਂ ਸਾਰੀਆਂ ਰਸਮਾਂ ਕਾਰਵਾਈਆਂ ਜਿਹੜੀਆਂ ਜੀ ਉਹ ਪੂਰੀਆਂ ਹੋਣੀਆਂ ਆ। ਅਤੇ ਰਿਫਿਊਜੀਆਂ ਵੱਲ ਐਪਲੀਕੇਸ਼ਨ ਲਾ ਕੇ ਲੋਕ ਜਿਹੜੇ ਜੀ ਇੱਥੇ ਕੈਨੇਡਾ ਦੇ ਵਿੱਚ ਜਦੋਂ ਇਨ ਕੈਨੇਡਾ ਇੱਕ ਵਾਰੀ ਆ ਗਏ ਅਤੇ ਗਵਰਨਮੈਂਟ ਦਾ ਉਹਨਾਂ ਵੱਲ ਫਿਰ ਬਹੁਤਾ ਧਿਆਨ ਨਹੀਂ ਹੁੰਦਾ। ਜਿਹੜਾ ਜ਼ਿਆਦਾ ਜ਼ੋਰ ਆ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਅਰਸ਼ ਇਸ ਗੱਲ 'ਤੇ ਹੁੰਦਾ ਵੀ ਜਿਹੜੇ ਲੋਕਾਂ ਨੇ ਬਾਹਰੋਂ ਆਉਣਾ ਹੁੰਦਾ ਉਹਨਾਂ ਨੂੰ ਜ਼ਿਆਦਾ ਉਤਾਵਲਾਪਨ ਹੁੰਦਾ ਵੀ ਕਿਹੜੀ ਘੜੀ ਪਹੁੰਚ ਜਾਈਏ, ਅਤੇ ਫਿਰ ਉਹਨਾਂ ਦਾ ਪ੍ਰੈਸ਼ਰ ਵੀ ਬਹੁਤ ਹੁੰਦਾ। ਇੱਧਰੋਂ ਜੇ ਕਿਸੇ ਨੇ ਸਪੋਂਸਰ ਕੀਤਾ ਉਹਨਾਂ ਦਾ ਵੀ ਪ੍ਰੈਸ਼ਰ ਬਹੁਤ ਹੁੰਦਾ, ਹਾਂਜੀ ਕੀ ਹੋਇਆ ਜੀ, ਮਿਲਿਆ ਨਹੀਂ ਜੀ, ਟਾਈਮ ਬਹੁਤ ਲੱਗ ਗਿਆ ਜੀ, MP ਕੋ ਜਾਈਏ ਜੀ, ਵਗੈਰਾ ਵਗੈਰਾ। ਅਤੇ ਉੱਥੇ ਜਿਹੜੇ ਹੁੰਦੇ ਆ ਜਾਣੀ ਉਹਨਾਂ ਨੇ ਵੀ ਰੋਜ਼ ਫੋਨ 'ਤੇ ਇਹੀ ਹੁੰਦਾ ਰਾਗ ਕਹਿ ਲਓ ਸੰਗੀਤ ਉਹਨਾਂ ਦਾ ਸੁਣਨਾ ਕੈਨੇਡਾ ਦਾ ਵੀ ਪਹੁੰਚੀਏ ਕਿਹੜੀ ਘੜੀ, ਜਿਸ ਕਰਕੇ ਵੀ ਕੈਨੇਡਾ ਇਮੀਗ੍ਰੇਸ਼ਨ ਡਿਪਾਰਟਮੈਂਟ ਵੀ ਇਸ ਗੱਲ 'ਤੇ ਜ਼ਿਆਦਾ ਕੰਸਨਟਰੇਟ ਕਰਦੇ ਆ ਵੀ ਜਿਹੜੇ ਲੋਕ ਆਊਟ ਆਫ ਕੈਨੇਡਾ ਨੇ ਵੀ ਉਹਨਾਂ ਦੀਆਂ ਜਿਹੜੀਆਂ ਫਾਈਲਸ ਨੇ ਉਹ ਪਹਿਲ ਦੇ ਆਧਾਰ 'ਤੇ ਨਿਪਟਾਈਆਂ ਜਾਣ। ਅਤੇ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਰੈਫਿਊਜੀਜ਼ ਜਿਹੜੇ ਇੱਥੇ ਆਏ ਹੋਏ ਨੇ ਉਹਨਾਂ ਨੂੰ 2 ਸਾਲ ਕੋਈ ਨਹੀਂ ਪੁੱਛਦਾ ਇੱਕ ਵਾਰੀ ਜੇ ਉਹ ਰੈਫਿਊਜੀ ਕੇਸ ਜਾਣੀ ਅਪਲਾਈ ਕਰ ਦੇਣ। ਉਸ ਤੋਂ ਬਾਅਦ ਫਿਰ ਸਲੋਲੀ ਜਾਣੀ ਕਿ ਉਹਨਾਂ ਦਾ ਜਿਹੜਾ ਪ੍ਰੋਸੈਸ ਆ ਉਹ ਚੱਲਦਾ ਰਹਿੰਦਾ। ਪਰ ਜਿਹੜੇ ਕੁੱਲ ਮਿਲਾ ਕੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਦੀਆਂ ਐਪਲੀਕੇਸ਼ਨਸ ਨੇ ਉਹਨਾਂ ਨੂੰ 2 ਸਾਲ ਦਾ ਟਾਈਮ ਹੁਣ ਲੱਗਣ ਲੱਗ ਪਿਆ, ਪਹਿਲਾਂ ਇਹ 4-5 ਸਾਲ ਤੱਕ ਵੀ ਚਲੇ ਗਿਆ ਸੀ ਅਰਸ਼। ਇਹਦੇ ਨਾਲ ਹੀ ਪਰ ਜਿਹੜਾ ਸਪਾਊਸ ਹੈ ਉਹ ਸਾਰਾ ਕੁਝ ਤੁਸੀਂ ਵੀ ਹੰਢਾਇਆ ਵੀ ਕਿਵੇਂ ਸਭ ਕੁਝ ਵਾਪਰਦਾ, ਪਰ ਅਜੇ ਵੀ ਜਿਹੜਾ ਐਵਰੇਜ ਪ੍ਰੋਸੈਸਿੰਗ ਟਾਈਮ ਆ ਭਾਵੇਂ ਉਹ ਵਿਦਨ ਕੈਨੇਡਾ ਹੋਵੇ ਜਾਂ ਆਊਟ ਆਫ ਕੈਨੇਡਾ ਹੋਵੇ ਉਹਨੂੰ 1 ਸਾਲ ਦਾ ਸਮਾਂ ਜਿਹੜਾ ਜੀ ਪ੍ਰੋਸੈਸਿੰਗ ਟਾਈਮ ਨੂੰ ਲੱਗ ਰਿਹਾ, ਜਿਵੇਂ ਕਿ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਨੂੰ ਵੀ ਲੱਗਦਾ। ਬਹੁਤ ਸਾਰੇ ਲੋਕ ਅਰਸ਼ ਨਹੀਂ ਸੁਪਰ ਵੀਜ਼ਾ ਅਪਲਾਈ ਕਰ ਰਹੇ ਆਪਣੇ ਪੇਰੈਂਟਸ ਵਾਸਤੇ, ਹੈ ਨਾ, ਜਾਂ ਫਿਰ ਉਹ ਕਰ ਰਹੇ ਨੇ ਵਿਜ਼ਿਟਰ ਵੀਜ਼ਾ ਅਪਲਾਈ ਕੈਨੇਡਾ ਆਉਣ ਵਾਸਤੇ। ਸਭ ਕੁਝ ਖੁੱਲ੍ਹ ਰਿਹਾ ਅਤੇ ਸਮਰ ਵੀ ਆ ਰਹੀ ਹੈ, ਪਰ ਜੇ ਵਿਜ਼ਿਟਰ ਵੀਜ਼ਾ ਅੱਜ ਅਪਲਾਈ ਕੀਤਾ ਜਾਵੇ ਰਸ਼ ਕਾਫੀ ਪੈ ਰਿਹਾ ਐਪਲੀਕੇਸ਼ਨਸ ਦਾ, ਅਤੇ ਪਤਾ ਲੱਗ ਰਿਹਾ ਵੀ 4 ਕੁ ਮਹੀਨਿਆਂ 'ਚ ਜਿਹੜੀ ਆ ਉਹ ਐਪਲੀਕੇਸ਼ਨ ਆ ਜੀ ਵੀ ਉਹ ਪ੍ਰੋਸੈਸ ਹੋ ਪਾਉਂਦੀ ਆ। ਸੋ 4 ਕੁ ਮਹੀਨੇ ਦਾ ਸਮਾਂ ਲੱਗਦਾ ਹੈ। ਦੂਸਰੇ ਪਾਸੇ ਜਿਹੜੇ ਜੀ ਸਟੱਡੀ ਪਰਮਿਟ ਨੇ ਉਹਨਾਂ ਦਾ ਰਸ਼ ਹੁਣ ਦੁਬਾਰਾ ਤੋਂ ਇੱਕ ਵਾਰ ਫੇਰ ਪੈਣਾ ਸ਼ੁਰੂ ਹੋ ਗਿਆ, ਅਤੇ ਜਿਹੜੇ ਕੰਟਰੀ ਮਤਲਬ ਇੰਡੀਆ ਪਾਕਿਸਤਾਨ ਵਾਂਗੂ SDS ਕੈਟਾਗਰੀ ਦੇ ਵਿੱਚ ਨਹੀਂ ਹੈਗੇ, ਜਾਣੀ ਕਿ ਸਟੂਡੈਂਟ ਡਾਇਰੈਕਟ ਸਟਰੀਮ ਦੇ ਵਿੱਚ ਨਹੀਂ ਹੈਗੇ, ਜਿਹੜਾ 3-4 ਹਫ਼ਤਿਆਂ 'ਚ ਐਪਲੀਕੇਸ਼ਨ ਪ੍ਰੋਸੈਸ ਹੋ ਜਾਂਦੀ ਆ ਰੈਗੂਲਰ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਨੂੰ। ਪਰ ਜਿਹੜਾ ਜੀ ਇਹ
10-15 ਮਹੀਨੇ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ। ਸੋ ਕਾਫੀ ਉਹਦੇ ਵਿੱਚ ਪ੍ਰੋਸੈਸਿੰਗ ਟਾਈਮ ਜਿਹੜਾ ਉਹਦੇ ਵਿੱਚ ਡਿਊ ਹੈ। ਇਸੇ ਤਰ੍ਹਾਂ ਜਿਹੜਾ ਲੋਕਾਂ ਨੇ ਕੈਨੇਡਾ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਅਪਲਾਈ ਕੀਤਾ ਸੀਗਾ, ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਹੋਣ ਨੂੰ ਵੀ 7 ਕੁ ਮਹੀਨੇ ਦਾ ਸਮਾਂ ਜਿਹੜਾ ਇਸ ਸਮੇਂ ਜਿਹੜਾ ਅਰਸ਼ ਲੱਗ ਰਿਹਾ। ਅਤੇ ਜਿਹੜੇ ਲੋਕ ਵੈਸੇ ਇੱਥੇ ਫਾਰਮ ਆ ਕੇ ਖਰੀਦਿਆ ਵੀ ਆਪਣੇ ਆਪ ਨੂੰ ਸੈਲਫ ਇੰਪਲੋਇਡ ਕਰਨਾ ਕਿਸੇ ਵੀ ਕੈਟਾਗਰੀ ਦੇ ਵਿੱਚ, ਉਹਨਾਂ ਦੀਆਂ ਐਪਲੀਕੇਸ਼ਨਸ ਤਾਂ ਬਹੁਤ ਜਾਣੀ ਕਿ ਲੰਬਾ ਸਮਾਂ ਪਹਿਲਾਂ 7 ਸਾਲ ਵੀ ਲੱਗਦੇ ਰਹੇ ਆ, ਪਰ ਉਹਨਾਂ ਦਾ ਜਿਹੜਾ ਜੀ ਹੁਣ ਪ੍ਰੋਸੈਸਿੰਗ ਟਾਈਮ ਡਾਊਨ ਇਹ ਜਾਣੀ 4 ਕੁ ਸਾਲ ਤੱਕ ਪਹੁੰਚਾ ਹੋਇਆ। ਸੋ ਇੱਕ ਕਾਫੀ ਜਿਹੜੇ ਲੋਕ ਹੈ ਜੀ ਵੀ ਇੱਥੋਂ ਜਦੋਂ ਕੈਨੇਡਾ ਤੋਂ ਚਲੇ ਜਾਂਦੇ ਨੇ, ਉੱਥੇ ਇੰਡੀਆ ਦੇ ਵਿੱਚ ਜਾਂ ਕਿਤੇ ਵੀ ਜਾ ਕੇ ਜਾਣੀ ਬਾਹਰ ਜ਼ਿਆਦਾ ਸਮਾਂ ਜੇ ਠਹਿਰੇ, ਉਹਨਾਂ ਦਾ PR ਕਾਰਡ ਐਕਸਪਾਇਰ ਹੋ ਜਾਂਦਾ ਕਈ ਵਾਰੀ, ਹੈ ਨਾ। ਅਤੇ ਫਿਰ ਉਹ ਕਈ ਵਾਰੀ ਬਹੁਤ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਹੁਣ ਕੀ ਕਰੀਏ। ਕਦੀ ਉਹ ਚੰਡੀਗੜ੍ਹ ਜਾਣਗੇ ਜਾਂ ਕੌਂਸਲੇਟ ਜਾਣਗੇ ਕੈਨੇਡਾ ਦੇ ਜਾਂ ਐਮਬੈਸੀ ਜਾਣਗੇ। ਸੋ ਇਹ ਧਿਆਨ ਨਾਲ ਭੈਣ ਭਰਾ ਸੁਣ ਲੈਣ ਵੀ ਇੰਡੀਆ 'ਚ ਜਾ ਕੇ, ਬਾਹਰਲੇ ਦੇਸ਼ 'ਚ ਜਾ ਕੇ ਜੇ ਤੁਹਾਡਾ PR ਕਾਰਡ ਮੁੱਕ ਗਿਆ ਅਤੇ ਫਿਰ ਕੈਨੇਡਾ ਦੀ ਐਮਬੈਸੀ ਜਾਣ ਦੀ ਲੋੜ ਨਹੀਂ ਹੈ। ਉਹਨਾਂ ਨੇ ਜਿੱਦਾਂ ਇੱਥੇ ਬਰੈਂਪਟਨ 'ਚ BLS ਦਫ਼ਤਰ ਬਣਿਆ ਹੋਇਆ ਵੀ VAC ਸੈਂਟਰ ਬਣੇ ਹੋਏ ਆ, ਉਹਨਾਂ ਦੇ ਵੀ ਵੀਜ਼ਾ ਜਾਣੀ ਕਿ ਐਪਲੀਕੇਸ਼ਨਸ ਐਕਸੈਪਟ ਕਰਨ ਵਾਸਤੇ ਜਲੰਧਰ 'ਚ ਵੀ ਬੜਾ ਵੱਡਾ ਸੈਂਟਰ ਹੈ। ਸੋ ਉਸ ਦਫ਼ਤਰ ਦੇ ਵਿੱਚ ਜਾਣੀ ਅਪਲਾਈ ਕਰਨਾ ਹੁੰਦਾ ਆਪਣਾ PR ਕਾਰਡ ਰਿਨਿਊ ਕਰਨ ਵਾਸਤੇ, ਅਤੇ ਜੇ ਉਹਨਾਂ ਨੂੰ ਇੰਟਰਵਿਊ 'ਤੇ ਲੋੜ ਹੋਵੇ ਤਾਂ ਫਿਰ ਕੌਂਸਲੇਟ ਵਾਲੇ ਆਪ ਕੌਂਟੈਕਟ ਕਰ ਲੈਂਦੇ ਆ। ਸੋ ਕੁੱਲ ਮਿਲਾ ਕੇ ਇਹ ਅੱਜ ਵੀ ਕਾਫੀ ਪਹਿਲਾਂ ਦੇ ਮੁਕਾਬਲੇ ਜਿਹੜੇ ਪ੍ਰੋਸੈਸਿੰਗ ਟਾਈਮਸ ਆ ਉਹ ਬੈਟਰ ਹੋ ਰਹੇ ਆ, ਪਰ ਹਜੇ ਵੀ ਜਾਣੀ ਕਿ ਉਸ ਸਟੈਂਡਰਡ 'ਤੇ ਨਹੀਂ ਆਏ ਜਿਹੜੇ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਸੈੱਟ ਕੀਤੇ ਹੋਏ ਆ। ਜੀ ਬਹੁਤ ਤੁਸੀਂ ਖੂਬ ਜੌਲ ਸਾਹਿਬ ਸਮੇਟਿਆ ਗੱਲਬਾਤ ਨੂੰ। ਤੁਸੀਂ ਸੁਣ ਚੁੱਕੇ ਹੋ ਕਿ ਕਿੰਨਾ ਪ੍ਰੋਸੈਸ ਟਾਈਮ ਲੱਗ ਰਿਹਾ ਜੀ ਹਰ ਇੱਕ ਕੈਟੇਗਰੀ ਦਾ। ਜੌਲ ਸਾਹਿਬ ਹਾਲ ਹੀ ਦੇ ਵਿੱਚ ਕਿਹਾ ਹੁਣ BLS ਦੀ ਵਾਕਿੰਗ ਓਪਨ ਨੇ ਜੀ, ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜੀ BLS ਆਫਿਸ ਵਾਲਿਆਂ ਨੂੰ? ਰਿਸਪੌਂਸ ਤਾਂ ਅਰਸ਼ ਲੱਗਦਾ ਵੀ ਓਵਰਵੈਲਮਿੰਗ ਆ, ਵੀ ਲਾਈਨਾਂ ਦੇ ਵਿੱਚ ਉਡੀਕ ਵੈਸੇ ਲੋਕਾਂ ਨੂੰ ਨਹੀਂ ਕਰਨਾ ਪਵੇਗਾ, ਇਸ ਗੱਲ ਦੀ ਗਰੰਟੀ ਤਾਂ ਉਹ ਖੁਦ ਵੀ ਨਹੀਂ ਦੇ ਰਹੇ ਜਿਹੜੇ ਕਿ ਅੰਦਰ ਦਫ਼ਤਰਾਂ ਦੇ ਬੈਠੇ ਨੇ ਜਾਂ ਬੈਠੀਆਂ ਨੇ। ਭਈ ਬਾਹਰ ਲੋਕਾਂ ਨੂੰ ਕੱਲ੍ਹ ਵੀ ਕਾਫੀ ਇੰਤਜ਼ਾਰ ਕਰਨਾ ਪਿਆ, ਕਾਫੀ ਲੋਕਾਂ ਨੂੰ ਫਿਰ ਵੀ ਮੁੜਨਾ ਪਿਆ, ਪਰ ਜਿਹੜੀ ਵਾਕ ਇਨ ਸਰਵਿਸ ਹੈ ਜਿਹੜੀ ਅਪੁਆਇੰਟਮੈਂਟ ਸਿਸਟਮ ਦੇ ਨਾਲ ਉਹ ਵੀ ਖੋਲ੍ਹ ਦਿੱਤੀ ਗਈ ਆ ਹੁਣ। ਪਰ ਅਜੇ ਵੀ ਜਾਣੀ ਪ੍ਰੈਫਰ ਇਹ ਕੀਤਾ ਜਾ ਰਿਹਾ ਜੇ ਲਾਈਨ 'ਚ ਵੀ ਲੋਕ ਜਾ ਕੇ ਲੱਗ ਜਾਣ ਅਤੇ ਅਪੁਆਇੰਟਮੈਂਟ ਜਿਹੜੇ ਲੋਕ ਜਾਣੀ ਲੈ ਕੇ ਆਉਂਦੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਫਿਰ ਆਪਰਚੁਨਿਟੀ ਮਿਲਣੀ ਆ। ਕੁਦਰਤੀਆਂ ਵੀ ਜੇ ਆਪਣੇ ਸਿਸਟਮ ਨੂੰ ਕੋਈ ਪਲਾਨ ਕਰਕੇ ਚੱਲਦੇ ਨੇ, ਅਪੁਆਇੰਟਮੈਂਟ ਲੈ ਕੇ ਚੱਲਦੇ ਨੇ, ਅਤੇ ਫਿਰ ਜਿਹੜਾ ਵੀ ਅਪੁਆਇੰਟਮੈਂਟ ਨੂੰ ਹੀ ਪ੍ਰੈਫਰ ਕੀਤਾ ਜਾਂਦਾ। ਲਾਈਨ ਵਾਲਿਆਂ ਦੀ ਨੰਬਰ ਬਾਰੀ ਆ ਜਿਹੜੀ ਵੀ ਉਹ ਬਾਅਦ ਦੇ ਵਿੱਚ ਆਉਂਦੀ ਆ। ਸੋ ਦੂਸਰੇ ਪਾਸੇ ਇਹ ਹੈ ਜੀ ਵੀ ਜਿਹੜਾ ਵਾਕ ਇਨ ਖੁੱਲ੍ਹਣ ਤੋਂ ਬਾਅਦ ਇਹ ਆ ਵੀ ਇੱਕਦਮ ਆਪਾਂ 4 ਵਜੇ ਜਾ ਕੇ ਸਵੇਰੇ ਜਾਂ 5 ਵਜੇ ਲਾਈਨ ਦੇ ਵਿੱਚ ਬਹਿ ਜਾਈਏ ਅਤੇ ਫਿਰ ਬਹੁਤ ਸਾਰੇ ਲੋਕ ਜਦੋਂ ਇੱਕੋ ਸਮੇਂ 'ਤੇ ਚੱਲ ਜਾਣ ਤਦ ਕਰਕੇ ਵੀ ਲਾਈਨ ਜਿਹੜੀ ਬਹੁਤ ਵੱਡੀ ਲੱਗਦੀ ਆ। ਪਰ ਉਹਨਾਂ ਦਾ ਦਾਅਵਾ ਜੀ ਵੀ ਜਿਹੜਾ ਇਹ ਲਾਈਨ ਆ ਜਾਣੀ 12 ਕੁ ਵਜੇ ਤੱਕ ਸਭ ਕੁਝ ਸੈੱਟ ਹੋ ਜਾਂਦਾ ਬੜਾ ਸੋਹਣਾ ਆਰਾਮ ਦੇ ਨਾਲ। ਸੁਣ ਜਿਹੜਾ ਇੱਕਦਮ ਆਪਾਂ ਕਾਹਲੀ ਪਾ ਕੇ ਉੱਥੇ ਵੱਡੀ ਤਾਦਾਦ ਦੇ ਵਿੱਚ ਲੋਕ ਇਕੱਠੇ ਹੋ ਜਾਂਦੇ ਆ, ਉਹਦੇ ਨਾਲ ਸਿਸਟਮ ਥੋੜ੍ਹਾ ਜਿਹਾ ਉਗੜ ਦੁਗੜਾ ਲੱਗਦਾ। ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਜੇ ਆਰਾਮ ਨਾਲ ਲੋਕ ਥੋੜ੍ਹਾ ਜਿਹਾ ਟਿਕਾਊ ਦੇ ਵਿੱਚ ਆ ਕੇ 11-12 ਵਜੇ ਵੀ ਜਾਣੀ ਆ ਜਾਣ, ਅਤੇ ਇਹ ਨਹੀਂ ਹੁਣ ਵੀ ਜਾਣੀ 11-12 ਵਜੇ ਸੁਣ ਕੇ ਵੀ ਸਾਰੇ 11-12 ਵਜੇ ਪਹੁੰਚਣਾ ਸ਼ੁਰੂ ਕਰ ਦੇਣ। ਵੀ ਜਾਣੀ ਜਿੰਨੇ ਕੁ ਗਿਣਤੀ ਦੇ ਵਿੱਚ ਥੋੜ੍ਹੇ ਲੋਕ ਆਉਣਗੇ ਹਰੇਕ ਘੰਟੇ 'ਤੇ ਉਹਨਾਂ ਦੇ ਲਈ ਵੀ ਪ੍ਰੋਸੈਸ ਕਰਨਾ ਸੌਖਾ, ਅਤੇ ਲਾਈਨ ਵੀ ਬਹੁਤੀ ਵੱਡੀ ਗਰੋ ਹੋਈ ਜਿਹੜੀ ਅਰਲੀ ਇਨ ਦਾ ਮਾਰਨਿੰਗ ਉਹ ਨਹੀਂ ਲੱਗੇਗੀ। ਦੂਸਰਾ ਇੱਕ ਬਹੁਤ ਵੱਡਾ ਜਾਣੀ ਕਿ ਉਹਨਾਂ ਦੇ ਸਿਸਟਮ ਦੇ ਵਿੱਚ ਜਿਹੜਾ ਇਹ ਲੱਗ ਰਿਹਾ ਵੀ ਗੜਬੜ ਪੈਦਾ ਹੁੰਦੀ ਆ, ਉਹ ਇਸ ਕਰਕੇ ਵੀ ਜਿੰਨੇ ਵੀ ਲੋਕ ਅਪੁਆਇੰਟਮੈਂਟ ਬਣਾਉਂਦੇ ਆ, ਹੁਣ ਤੁਸੀਂ ਦੇਖ ਲਓ ਵੀ ਆਪਾਂ ਆਉਂਦੇ ਉੱਥੋਂ ਹੀ ਆ ਵੀ ਹੁਣ ਕੈਨੇਡਾ ਦੇ ਲੋਕ ਵੀ ਇੱਦਾਂ ਕਰਦੇ ਕਿ ਨਹੀਂ, ਵੀ ਉਹਨਾਂ ਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਲੋਕ ਅਪੁਆਇੰਟਮੈਂਟ 'ਤੇ ਅਰਸ਼ ਉੱਥੇ ਪਹੁੰਚਣਾ ਹੀ ਨਹੀਂ ਹੈ ਨਾ। ਹੁਣ ਉਹਨਾਂ ਕੋਲ ਅਪੁਆਇੰਟਮੈਂਟ ਬਣ ਕੇ ਗਈ ਹੋਈ ਆ, ਅਤੇ ਉਹ ਉਸ ਸਮੇਂ 'ਤੇ ਵਿਅਕਤੀ ਨੂੰ ਐਕਸਪੈਕਟ ਕਰ ਰਹੇ ਵੀ ਇਸ ਸਮੇਂ 'ਤੇ ਜੀ ਵੀ ਇਹ ਫਲਾਣੇ ਸਿੰਘ ਦੀ ਫਲਾਣੇ ਕੁਮਾਰ ਦੀ ਜਾਣੀ ਵਾਰੀ ਆ ਅਤੇ ਵੀ ਇਹਨਾਂ ਨੇ ਆਉਣਾ ਆ, ਪਰ ਉਹ ਉੱਥੇ ਪਹੁੰਚਣਗੇ ਹੀ ਨਹੀਂ। ਹੁਣ ਜਦੋਂ ਅਪੁਆਇੰਟਮੈਂਟ ਸਿਸਟਮ ਦੇ ਵਿੱਚ ਫਿਰ ਆਪਾਂ ਕਹਿੰਦੇ ਜੁਲਾਈ ਤੱਕ ਨਹੀਂ ਅਪੁਆਇੰਟਮੈਂਟ ਮਿਲ ਰਹੀ ਜੀ, ਪਰ ਅਪੁਆਇੰਟਮੈਂਟ ਸਿਸਟਮ ਕੰਪਿਊਟਰ ਹੈ। ਜਦੋਂ ਲੋਕ ਬੁੱਕ ਕਰੀ ਜਾ ਰਹੇ ਨੇ ਜਾਂ ਕੋਈ ਏਜੰਟਾਂ ਨੇ ਉੱਤੇ ਜੱਫਾ ਮਾਰ ਲਿਆ ਹੋਇਆ, ਜਾਣੀਆਂ ਸਾਰੀਆਂ ਅਪੁਆਇੰਟਮੈਂਟਾਂ ਇਕੱਠੀਆਂ ਕਰ ਲਈਆਂ, ਅਤੇ ਫਿਰ ਆਪਾਂ ਜਦੋਂ ਕਹਿੰਦੇ ਹਾਂ ਵੀ ਏਜੰਟ ਕੋਲੋਂ ਮਿਲ ਗਈ ਜੀ, ਉੱਥੇ ਸਿੱਧੀ ਨਹੀਂ ਮਿਲੀ। ਸੋ ਕਹਿਣ ਦਾ ਮਤਲਬ ਇਹ ਆ ਵੀ ਥੋੜ੍ਹਾ ਜਿਹਾ ਉਹ ਸ਼ਾਇਦ ਆਪਣੇ ਸਿਸਟਮ ਨੂੰ ਵੀ ਹੁਣ ਰੀਵਰਕਆਊਟ ਕਰਨਗੇ, ਪਰ ਇਨ ਬਿਟਵੀਨ ਇਹ ਆ ਵੀ ਜਾਣੀ ਜਿਹੜੇ ਲੋਕ ਘਰਾਂ ਦੇ ਵਿੱਚ ਬਹਿ ਕੇ ਫਰਜ਼ ਕਰੋ ਪ੍ਰਾਈਵੇਟਲੀ ਅਪੁਆਇੰਟਮੈਂਟ ਬਣਾਉਣ, ਅਤੇ ਜੇ ਉਹ ਅਪੁਆਇੰਟਮੈਂਟ 'ਤੇ ਨਾ ਪਹੁੰਚ ਸਕਣ ਤਾਂ ਉਸ ਨੂੰ ਕੈਂਸਲ ਜ਼ਰੂਰ ਕੀਤਾ ਜਾਵੇ, ਤਾਂ ਕਿ ਸਿਸਟਮ ਦੇ ਵਿੱਚੋਂ ਅਪੁਆਇੰਟਮੈਂਟ ਉਹ ਕੈਂਸਲ ਹੋ ਕੇ ਕਿਸੇ ਹੋਰ ਨੂੰ ਜਿਹੜੀ ਆ ਜੀ ਅਪੁਆਇੰਟਮੈਂਟ ਉਹ ਮਿਲ ਸਕੇ। ਸੋ ਨੋ ਸ਼ੋ ਜਿਹੜਾ ਜੀ ਵੀ ਇਹ ਬਿਗ ਪ੍ਰੋਬਲਮ ਹੈਗੀ ਆ ਉਹਨਾਂ ਦੇ ਸਿਸਟਮ ਦੇ ਵਿੱਚ। ਦੂਸਰਾ ਇਹ ਆ ਜੀ ਵੀ ਜਿਹੜਾ ਆਮ ਤੌਰ 'ਤੇ ਸਰੈਂਡਰ ਸਰਟੀਫਿਕੇਟ ਆ ਉਹ ਲੋਕਾਂ ਨੂੰ ਤਕਰੀਬਨ 2010 ਹੁਣ BLS ਵਾਲਾ ਸਟਾਫ ਵੀ ਉੱਤੇ ਐਜੂਕੇਟ ਹੋ ਗਿਆ ਕਾਫੀ। ਆਪਾਂ ਕੰਮ ਇੱਥੇ ਕੀਤਾ, ਕੌਂਸਲੇਟ ਜਨਰਲ ਨੇ ਵੀ ਕੀਤਾ, ਉਹਨਾਂ ਦੇ ਸਟਾਫ ਨੇ ਵੀ,
ਕਿ ਵੀ ਜਿਹੜਾ ਸਰੈਂਡਰ ਸਰਟੀਫਿਕੇਟ ਉਹ ਹੁਣ ਆਪੇ ਹੀ ਕਹਿਣ ਲੱਗ ਪਏ ਵੀ ਹਾਂਜੀ ਜੇ 2010 ਤੋਂ ਪਹਿਲਾਂ ਦਾ ਤੁਹਾਡਾ ਕੈਂਸਲ ਪਾਸਪੋਰਟ ਆ ਤੇ ਫਿਰ ਕੁਛ ਨਹੀਂ ਲੋੜ, ਫਿਰ ਤੁਸੀਂ ਆ ਜਾਓ। ਪਰ ਜੇ ਉਸ ਤੋਂ ਬਾਅਦ ਤੁਸੀਂ ਕੈਨੇਡੀਅਨ ਸਿਟੀਜ਼ਨਸ਼ਿਪ ਲਈ ਆ ਤੇ ਫਿਰ ਜਿਹੜਾ ਸਰੈਂਡਰ ਆਪਣਾ ਸਰਟੀਫਿਕੇਟ ਆ ਉਹ ਹਰ ਹਾਲ ਵਿੱਚ ਲੈਣਾ ਪਊਗਾ। ਜੇ ਨਹੀਂ ਲਿਆ ਤੇ ਫਿਰ ਉਸ ਪ੍ਰੋਸੈਸ 'ਚੋਂ ਲੰਘਣਾ ਪੈਂਦਾ। ਇੱਕ ਜਿਹੜਾ ਆਪਾਂ ਕਹਿ ਰਹੇ ਸੀ ਵੀ ਨਵਾਂ ਦਫ਼ਤਰ ਖੁੱਲ੍ਹ ਗਿਆ BLS ਦਾ ਬਰੈਂਪਟਨ ਦੇ ਵਿੱਚ, ਉਹਦੇ 'ਚ ਅਰਸ਼ ਉਹਨਾਂ ਨੇ ਡਿਵਾਈਡ ਕਰ ਦਿੱਤਾ ਵੀ ਜੇ ਤੇ ਕਿਸੇ ਨੇ ਸਰੈਂਡਰ ਸਰਟੀਫਿਕੇਟ ਮਤਲਬ ਇੰਡੀਅਨ ਪਾਸਪੋਰਟ ਸਰੈਂਡਰ ਕਰਨਾ ਤੇ ਵੀਜ਼ਾ ਵਾਸਤੇ ਅਪਲਾਈ ਕਰਨਾ ਤੇ ਫਿਰ ਨਵੇਂ ਦਫ਼ਤਰ ਦੇ ਵਿੱਚ ਜਾਣਾ ਜਿਹੜਾ ਕਿ ਪੁਰਾਣੇ ਦੇ ਸਾਹਮਣੇ ਹੀ ਆ ਸੇਮ ਪਲਾਜ਼ੇ ਦੇ ਵਿੱਚ, ਉਹ ਜਾਣੀ ਕਿ 60 ਗਿਲਿੰਗਹੈਮ ਡਰਾਈਵ ਆ ਜਿਹੜੀ। ਤੇ ਪਰ ਜਿਹੜਾ ਵੀ ਜੇ ਕਿਸੇ ਨੇ ਬਸ ਕੋਲੋਂ ਵੀ ਪਾਸਪੋਰਟ ਇੰਡੀਆ ਦਾ ਅਪਲਾਈ ਕਰਨਾ, ਰਿਨਿਊ ਕਰਾਉਣਾ, OCI ਲੈਣੀ ਆ, ਜਾਣੀ ਬਾਕੀ ਹਰ ਤਰ੍ਹਾਂ ਦੀ ਜਿਹੜੀ ਸਰਵਿਸ ਆ ਉਹ ਪੁਰਾਣੇ ਦਫ਼ਤਰ ਦੇ ਵਿੱਚ ਮਿਲਣੀ ਆ ਜਿਹੜੀ ਕਿ 40 ਨੰਬਰ ਗਿਲਿੰਗਹੈਮ ਡਰਾਈਵ ਆ। ਮਤਲਬ ਇੱਕ ਪਲਾਜ਼ਾ ਦੇ ਵਿੱਚ ਆਮੋ ਸਾਹਮਣੇ ਹੀ ਆ ਇਹ ਦਫ਼ਤਰ, ਕੋਈ ਘਬਰਾਉਣ ਵਾਲੀ ਗੱਲ ਨਹੀਂ ਵੀ ਕਿੱਥੇ ਹੈ। ਸੋ ਇਹ ਕੁੱਲ ਮਿਲਾ ਕੇ ਜੇ ਸਰੈਂਡਰ ਸਰਟੀਫਿਕੇਟ ਹੈ, ਵੀਜ਼ਾ ਲੈਣਾ ਤੇ ਨਵੇਂ ਦਫ਼ਤਰ ਦੇ ਵਿੱਚ ਉਹ ਅਪਲਾਈ ਹੋਏਗਾ, ਤੇ ਜੇ ਪਾਸਪੋਰਟ ਜਾਂ OCI ਜਾਂ ਹੋਰ ਕੋਈ ਵੀ ਸਰਵਿਸ ਹੈ ਤੇ ਉਹ ਪੁਰਾਣੇ ਉੱਥੇ BLS ਦਫ਼ਤਰ ਦੇ ਵਿੱਚ ਜਿਹੜੀ ਆ ਇਹ ਫੈਸਿਲਿਟੀ ਮਿਲੇਗੀ। ਸੋ ਕੋਸ਼ਿਸ਼ ਉਹ ਵੀ ਕਰ ਰਹੇ ਨੇ ਲੋਕਾਂ ਦਾ, ਲੇਕਿਨ ਕਿ ਸਹਿਯੋਗ ਇਹ ਆ ਜੀ ਵੀ ਜੇ ਤੁਸੀਂ ਅਪੁਆਇੰਟਮੈਂਟ ਬਣਾਈ ਹੋਈ ਆ, ਨਹੀਂ ਜਾ ਰਹੇ ਹੋ ਤੇ ਦੱਸੋ ਵੀ ਅਸੀਂ ਨਹੀਂ ਪਹੁੰਚ ਰਹੇ ਹਾਂ, ਹੈ ਨਾ। ਸੋ ਕੈਨੇਡਾ ਦੇ ਵਿੱਚ ਆ ਕੇ ਇੰਨਾ ਕਿ ਅਸੀਂ ਜ਼ਰੂਰ ਲਰਨ ਕਰੀਏ, ਤੇ ਜੇ ਨਹੀਂ ਲਰਨ ਕੀਤਾ ਤੇ ਫਿਰ ਆਈ ਡੋਂਟ ਨੋ ਵੀ ਕੈਨੇਡਾ ਆਉਣ ਦਾ ਸਫ਼ਰ ਸਾਰਥਕ ਹੋਇਆ ਵੀ ਕਿ ਨਹੀਂ। ਸਤਿ ਸ੍ਰੀ ਅਕਾਲ ਜੀ। ਕੁਐਸਚਨ ਪੁੱਛਣਾ ਹੈ ਜੋਲ ਸਾਹਿਬ ਨੂੰ ਜੀ। ਮੇਰਾ ਇੰਡੀਆ ਦਾ ਪਾਸਪੋਰਟ ਗਵਾਚਿਆ ਹੋਇਆ ਪਰ ਮੈਂ ਕੈਨੇਡੀਅਨ ਸਿਟੀਜ਼ਨ ਪਿਆ, ਮੈਂ ਆਨਲਾਈਨ ਵੀਜ਼ਾ ਲੈ ਸਕਦਾ ਇੰਡੀਆ ਦਾ? ਦੇਖੋ ਆਨਲਾਈਨ ਤਾਂ ਵੈਸੇ ਸਾਰਿਆਂ ਵਾਸਤੇ ਬੰਦ ਆ। ਕੈਨੇਡਾ ਦੇ ਕੋਈ ਵੀ ਸਿਟੀਜ਼ਨ ਹੋਣ, UK ਦੇ ਹੋਣ, ਉਹਨਾਂ ਸਾਰਿਆਂ ਵਾਸਤੇ ਆਨਲਾਈਨ ਵੀਜ਼ਾ ਉਹਨਾਂ ਨੇ ਵੈਸੇ ਹੀ ਨਹੀਂ ਖੋਲ੍ਹਿਆ ਹੋਇਆ। ਸੋ ਐਨੀਵੇਜ਼ ਜੀ ਤੁਹਾਨੂੰ ਜਿਹੜਾ ਜੀ ਵੀ ਪੇਪਰ ਜਾਣੀ ਸਟਿੱਕਰ ਵਾਲਾ ਵੀਜ਼ਾ ਅਪਲਾਈ ਕਰਨਾ ਪੈਣਾ। ਜੋਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਰਦਾਰ ਜੀ। ਮੈਂ ਪੁੱਛਿਆ ਕਿ 10 ਸਾਲ ਦਾ ਵੀਜ਼ਾ ਉਹ ਚੱਲ ਜੂਗਾ ਬੰਦ ਹੋ ਗਿਆ? ਇਹ ਦੱਸਿਆ ਤੇ ਬਹੁਤ ਵਾਰੀ ਆ, ਪੈਸੇ ਭੈਣ ਭਰਾਵਾਂ ਨੂੰ ਪਤਾ, ਪਰ ਇੱਕ ਵਾਰੀ ਫੇਰ ਦੱਸ ਦਿੰਦੇ ਆ ਵੀ ਕੈਨੇਡਾ ਵਾਸਤੇ ਸਪੈਸ਼ਲੀ ਨਹੀਂ ਚੱਲ ਰਿਹਾ ਜੀ 10 ਸਾਲ ਵਾਲਾ ਵੀਜ਼ਾ। ਉਦੋਂ ਜਦੋਂ ਕਿ ਉਹਦੇ ਤੇ ਟੂਰਿਸਟ T1 T2 ਜਾਂ ਕੱਲਾ T ਜਾਂ ਪੂਰੀ ਤਰ੍ਹਾਂ ਟੂਰਿਸਟ ਲਿਖਿਆ ਫੇਰ ਨਹੀਂ ਚੱਲੂ 100%। ਤੇ ਜੇ ਉਹਦੇ ਤੇ ਵੀ ਫਰਜ਼ ਕੀਤਾ X ਵੀਜ਼ਾ ਟਾਈਪ ਆ ਜਾਂ ਫਿਰ ਉਹ V ਵੀਜ਼ਾ ਟਾਈਪ ਆ, ਇਸ ਤਰ੍ਹਾਂ ਦੀ ਕੋਈ ਵੀਜ਼ਾ ਟਾਈਪ ਹੈਗੀ ਆ ਤੇ ਫਿਰ ਉਹ ਚੱਲ ਸਕਦਾ। ਪਰ ਉਹ ਚਾਂਸ ਬੜੇ ਘੱਟ ਆ ਵੀ ਟੂਰਿਸਟ T ਤੋਂ ਬਿਨਾਂ ਕੋਈ ਹੋਰ ਕੈਟੇਗਰੀ ਦਾ ਵੀਜ਼ਾ 10 ਸਾਲਾਂ ਦਾ ਹੋਊਗਾ। ਬਹੁਤ ਥੋੜ੍ਹੇ ਜਿਹੇ ਲੋਕਾਂ ਦਾ ਹੋ ਸੀਗਾ 10% ਦਾ, ਉਹ ਜਾ ਸਕਦੇ ਆ ਸਕਦੇ ਆ। ਪਰ ਆਮ ਲੋਕਾਂ ਵਾਸਤੇ ਜਿਹੜਾ ਜੀ ਵੀ ਉਹ ਟੂਰਿਸਟ ਵੀਜ਼ਾ ਕੋਈ ਵੀ ਸਟਿੱਕਰ ਜਿਹੜਾ ਇਹ ਵੀਜ਼ਾ ਲੱਗਾ ਹੋਇਆ ਮਾਰਚ 2020 ਤੋਂ ਪਹਿਲਾਂ ਦਾ, ਉਹ ਸਾਰੇ ਇਨਵੈਲਿਡ ਆ ਜਾਂ ਕਹੋ ਵੀ ਸਸਪੈਂਡਡ ਨੇ ਜੀ। ਜੀ ਨੈਕਸਟ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਐਂਡ ਸਤਿਕਾਲ ਭਾਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰਾ ਕੁਐਸਚਨ ਇਹਦੇ ਨਾਲ ਰਿਲੇਟਡ ਹੀ ਸੀਗਾ ਭਾਜੀ, ਇਹਦੇ ਬਾਰੇ ਵੀ ਕੁਛ ਨਾ ਕੁਛ ਕਰਨਾ ਚਾਹੀਦਾ। ਲੋਕਾਂ ਨੇ ਪੈਸੇ ਦਿੱਤੇ ਹੋਏ ਆ ਇਹਨਾਂ ਨੂੰ, 10 ਈਅਰ ਦਾ ਜਿਹੜਾ ਵੀਜ਼ਾ ਸੀਗਾ, ਗਾਂ ਆਉਣ ਵਾਲੇ ਟਾਈਮ 'ਚ ਜੇ ਕੋਈ ਚੇਂਜਿੰਗ ਕਰਨੀ ਹੈ ਤਾਂ ਕਰ ਲੈਣੀ ਚਾਹੀਦੀ ਹੈ, ਪਰ ਉਹਨੂੰ ਤੇ ਇਹਨਾਂ ਨੂੰ ਓਪਨ ਕਰਨਾ ਚਾਹੀਦਾ। ਪੈਸੇ ਦਿੱਤੇ ਹੋਏ ਆ ਲੋਕਾਂ ਨੇ। ਇਹ ਆ ਜੀ ਵੀ ਇਹਦੇ ਤੇ ਹੁਣ ਇੱਕ ਤੇ ਥੋੜੀ ਜਿਹੀ ਕੋਈ ਬਦਲਾ ਲਓ ਨੀਤੀ ਵੀ ਲੱਗਦੀ, ਜਿਹੜੀ ਗੱਲ ਸਿੱਧੀ ਆ ਵੀ ਕੈਨੇਡਾ ਦੇ ਲੋਕਾਂ ਨੂੰ, ਇੰਗਲੈਂਡ ਦੇ ਲੋਕਾਂ ਨੂੰ ਹੁਣ 156 ਦੇਸ਼ਾਂ ਵਾਸਤੇ ਆਪਾਂ ਖੋਲੀਏ ਤੇ ਕੈਨੇਡਾ ਦੇ ਗੁਆਂਢੀ ਦੇਸ਼ ਵਾਸਤੇ ਖੋਲ ਦਈਏ ਤੇ ਕੈਨੇਡਾ ਵਾਸਤੇ ਖੋਲੀਏ ਨਾ, ਹਨਾ। ਸੋ ਇਸ ਕਰਕੇ ਕੋਈ ਥੋੜੀ ਬਹੁਤੀ ਇਹ ਰੈਸੀਪ੍ਰੋਕੇਸੀ ਵੀ ਇਹਦੇ ਵਿੱਚ ਲੱਗ ਰਹੀ ਆ ਵੀ ਬਦਲਾ ਨੂੰ ਨੀਤੀ ਹੋ ਗਈ ਵੀ ਜੇ ਕੈਨੇਡਾ ਵਾਲੇ ਇਦਾਂ ਕਰ ਰਹੇ ਤੇ ਫਿਰ ਅਸੀਂ ਵੀ ਇਦਾਂ ਕਰਾਂਗੇ, ਹਨਾ। ਸੋ ਕੁੱਲ ਮਿਲਾ ਕੇ ਇਹ ਆ ਜੀ ਵੀ ਇਹ ਸੰਗਤ ਨੂੰ ਕਿਸੇ ਸਰਕਾਰੀ ਨੀਤੀ ਦੇ ਕਰਕੇ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਹਨੂੰ ਅਸੀਂ ਸਜ਼ਾ ਹੀ ਸਮਝਾਂਗੇ ਕਿ ਭੈਣ ਭਰਾ ਹਾਂਜੀ ਇੰਨੇ ਖੱਜਲ ਖੁਆਰੀਆਂ 'ਚ ਪਏ ਹੋਏ ਆ। ਪਰ ਇਹਦੇ ਵਿੱਚ ਥੋੜੀ ਜਿਹੀ ਭੈਣ ਭਰਾਵਾਂ ਦੀ ਵੀ ਉਕਤਾਈ ਰਹੀ ਹੈ ਕਿ ਵੀ ਉਹਨਾਂ ਨੇ ਸਮੇਂ ਦੇ ਰਹਿੰਦਿਆਂ OCI ਦੀ ਕਦਰ ਨਹੀਂ ਪਾਈ। ਇਹ ਵੀਜ਼ੇ ਦੇ ਤੁਸੀਂ ਜਮਕਟੇ ਖੱਜਲ 'ਚ ਪਏ ਹੀ ਕਿਉਂ ਹੋਏ ਸੀ? ਚੱਕਰ ਪਹਿਲੇ ਦਿਨ ਤੋਂ ਨਹੀਂ ਸੀ ਇਹਦੀ ਲੋੜ, ਜਦੋਂ ਇੰਨਾ ਵਧੀਆ ਉਹਨਾਂ ਨੇ ਸਾਰਾ ਇਹ ਰਾਹ ਖੋਲ੍ਹੇ ਹੋਏ ਤੁਸੀਂ OCI ਲਓ, ਜਦੋਂ ਮਰਜ਼ੀ ਆਓ ਤੇ ਜਦੋਂ ਮਰਜ਼ੀ ਆਓ, ਜ਼ਿੰਦਗੀ ਭਰ ਦਾ ਤੁਸੀਂ ਆਪਣੇ ਵੀਜ਼ੇ ਦਾ ਝੰਜਟ ਮੁਕਾਓ। ਤੇ ਤੁਸੀਂ ਅਫਵਾਹਾਂ ਸੁਣ ਕੇ ਗੱਲ ਦੇ ਵਿੱਚ ਐਵੇਂ ਮਨਾਂ ਦੇ ਵਿੱਚ ਗੰਢਾਂ ਬੰਨ ਕੇ ਆਪਣੇ ਨੁਕਸਾਨ ਆਪ ਕੀਤੇ ਨੇ। ਜਿਹੜੇ ਹੁਣ ਲੋਕ ਖੱਜਲ ਹੋ ਰਹੇ ਨੇ, ਖਾਸ ਤੌਰ ਤੇ ਜਿਹੜੇ ਪੁਰਾਣੇ ਨੇ, ਭਾਵੇਂ 10 ਸਾਲ ਦਾ ਵੀਜ਼ਾ ਸੀ, ਕਿੱਥੇ OCI ਤੇ ਕਿੱਥੇ 10 ਸਾਲ ਦਾ ਵੀਜ਼ਾ ਹੈ। OCI ਮਤਲਬ ਇੱਕ PR ਕਾਰਡ ਹੈ, ਕੈਨੇਡਾ ਦਾ PR ਕਾਰਡ ਨਾਲੋਂ ਵੀ ਵੱਡੀ ਫੈਸਿਲਿਟੀ ਆ OCI। ਉੱਥੇ ਤੁਸੀਂ ਕਿਤੇ ਰਜਿਸਟਰਡ ਨਹੀਂ ਕਰਨਾ, ਜਿੰਨੀ ਦੇਰ ਮਰਜ਼ੀ ਜਾ ਕੇ ਰਹਿ ਲਓ, ਕੋਈ ਇਨਕਮ ਟੈਕਸ ਫਾਈਲ ਨਹੀਂ ਕਰਨਾ। PR ਕਾਰਡ ਦੇ, ਗ੍ਰੀਨ ਕਾਰਡ ਦੇ ਤਾਂ 100 ਝੰਜਟ ਹੋਣਗੇ। ਇੰਨੀ ਦੇਰ ਰਹਿ ਸਕਦੇ ਹੋ, ਇੰਨੀ ਦੇਰ ਨਹੀਂ ਰਹਿ ਸਕਦੇ ਹੋ। OCI ਤੇ ਨਹੀਂ, ਇਹ ਵੀ ਲਿਮਿਟ ਹੈਗੀ, ਜਿੰਨੀ ਦੇਰ ਮਰਜ਼ੀ ਜਾ ਕੇ ਰਹੋ। ਸੋ ਭੈਣ ਭਰਾਵਾਂ ਦੀ ਵੀ ਇਹ ਗਲਤੀ ਆ, ਜਿਹੜੀ ਗੱਲ ਸਿੱਧੀ ਆ ਵੀ ਤੁਸੀਂ ਵੀਜ਼ਾ ਦੇ ਚੱਕਰਾਂ 'ਚ ਪਏ ਹੀ ਕਿਉਂ ਹੋਏ ਸੀਗੇ। ਕਿਸੇ ਕੋਲ ਇਸ ਗੱਲ ਦਾ ਜਵਾਬ ਨਹੀਂਗਾ। ਕੀ OCI ਦਾ ਨੁਕਸਾਨ ਸੀ? ਕਿਸੇ ਨੇ ਨਹੀਂ ਅੱਜ ਤੱਕ ਦੱਸਿਆ। ਗੰਢਾਂ ਬਥੇਰੀਆਂ ਤੁਸੀਂ ਸੁਣ ਕੇ ਅਫਵਾਹਾਂ ਮਨਾਂ ਦੇ ਵਿੱਚ ਬੰਨੀਆਂ ਹੋਈਆਂ ਨੇ,
ਤੇ ਇਹ OCI ਦੀ ਕਦਰ ਨਾ ਪਾਉਣ ਦਾ ਹੁਣ ਕਹ ਲਓ ਵੀ ਸਜ਼ਾ ਹੀ ਆ ਜਾਂ ਸੱਟਾ ਹੀ ਆ, ਕਿਉਂਕਿ ਸਿਚੁਏਸ਼ਨ ਕਦੇ ਵੀ ਚੇਂਜ ਹੋ ਸਕਦੀ ਆ। ਸਰਕਾਰਾਂ ਦੀਆਂ ਨੀਤੀਆਂ ਹਰ ਸਮੇਂ ਇੰਨੀਆਂ ਫੇਅਰ ਨਹੀਂ ਰਹਿੰਦੀਆਂ। ਸੋ ਇਸ ਕਰਕੇ OCI ਦਾ ਹੁਣ ਬਹੁਤ ਵੱਡਾ ਰਸ਼ ਪੈ ਗਿਆ। ਥੋੜਾ ਉਹਦੇ ਵਿੱਚ ਪ੍ਰੋਸੈਸਿੰਗ ਟਾਈਮ ਵੀ ਗਾਂਹ ਜਾ ਕੇ ਚਲੋ ਵੱਧ ਸਕਦਾ, ਪਰ ਇਹ ਹੁਣ ਵੀਜ਼ਾ ਜਿਹੜਾ 10 ਸਾਲ ਦਾ ਲਿਆ ਸੀ, ਇਹਦੇ ਤੇ ਜਿਹੜਾ 30 ਦਿਨ ਦਾ ਵੀਜ਼ਾ ਜਾਣੀ ਉਹ ਬਿਨਾਂ ਫੀਸ ਤੋਂ ਦਿੱਤਾ ਜਾਂਦਾ। ਉਹਦੇ ਤੇ ਸਿਰਫ BLS ਆਫਿਸ ਵਾਲੇ ਆਪਣੀ $8 ਜਾਂ ਜਿੰਨੀ ਵੀ ਉਹਨਾਂ ਦੀ ਫੀਸ ਆ ਉਹ ਕਰ ਲੈਂਦੇ ਨੇ, ਜਾਂ ਕੋਰੀਅਰ ਫੀਸ ਲਈ ਜਾਂਦੀ ਹੋਊਗੀ। ਵੀਜ਼ਾ ਫੀਸ ਉੱਤੇ ਚਾਰਜ ਨਹੀਂ ਕੀਤੀ ਜਾਂਦੀ, ਜਿਨ੍ਹਾਂ ਦੇ ਖਾਸ ਤੌਰ ਤੇ 10 ਸਾਲ ਦਾ ਵੀਜ਼ਾ ਪਾਸਪੋਰਟ 'ਚ ਲੱਗਾ ਹੋਇਆ ਹੈ ਨਾ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ, ਪਰ ਹੈਗੀ ਇਹ ਸਜ਼ਾ ਆ। ਇਸ ਸਰਕਾਰੀ ਨੀਤੀ ਦੀ ਅਸੀਂ ਕਰੜੇ ਲਫ਼ਜ਼ਾਂ 'ਚ ਆਲੋਚਨਾ ਤੇ ਕਰਦੇ ਹੀ ਹਾਂ, ਪਰ ਨਾਲ ਭੈਣ ਭਰਾਵਾਂ ਨੂੰ ਵੀ ਚੇਤਾ ਕਰਾਉਂਦੇ ਆ ਕਿ ਗਲਤੀਆਂ ਤੁਸੀਂ ਵੀ ਕੀਤੀਆਂ ਨੇ। OCI ਨੂੰ ਇਗਨੋਰ ਕਰਕੇ, ਜਿਹੜੀਆਂ ਕਿ ਤੁਹਾਨੂੰ ਪਹਿਲੇ ਦਿਨ ਤੋਂ ਨਹੀਂ ਸੀ ਕਰਨੀਆਂ ਚਾਹੀਦੀਆਂ। ਇਦਾਂ ਦੀਆਂ ਮਨਾਂ 'ਚ ਗੰਢਾਂ ਨਾ ਬੰਨਿਆ ਕਰੋ। ਅਫਵਾਹਾਂ, ਝੂਠੇ ਪ੍ਰਚਾਰ ਸੁਣ ਕੇ ਕਿਸੇ ਐਕਸਪਰਟ ਨਾਲ ਪਹਿਲਾਂ ਹੀ ਗੱਲ ਕਰ ਲੈਣੀ ਚਾਹੀਦੀ ਹੈ। ਜੀ ਜੋਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ।